ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ, ਜਿਸ ਨੂੰ ਹੁਣ ਲਗਭਗ ਜਿਹੜੇ ਨੇ ਉਹ 2 ਮਹੀਨੇ ਹੋ ਚੁੱਕੇ ਹੋਏ ਨੇ। ਤੇ ਇਹਨਾਂ 2 ਮਹੀਨਿਆਂ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੇ ਟ੍ਰੇਡਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਨੁਕਸਾਨ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ, ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੇ ਉਹਨਾਂ 'ਚੋਂ ਇੱਕ ਟ੍ਰੇਡ ਹੈ ਇਲੈਕਟ੍ਰੋਨਿਕ ਗੁੱਡਸ ਦਾ ਟ੍ਰੇਡ, ਜੋ ਕਿ ਮਿਡਲ ਕਲਾਸ ਜਾਂ ਹਰ ਇੱਕ ਕਲਾਸ ਦੇ ਹਰ ਇੱਕ ਵਰਗ ਦੇ ਬੰਦੇ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ। ਤੇ ਇਸ ਟ੍ਰੇਡ ਦੇ ਵਿੱਚ ਕਿਸ ਤਰੀਕੇ ਦੇ ਨੁਕਸਾਨ ਹੋਏ ਨੇ ਉਸ ਦੇ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਸ਼੍ਰੀ ਰਾਧੂ ਦਿਆਲ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਿਸਟਰ ਮਹਿਤਾ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਗੱਲ ਕਰਕੇ ਪੁੱਛਦੇ ਹਾਂ ਉਹਨਾਂ ਨੂੰ ਕਿ ਜਿਹੜਾ ਇਲੈਕਟ੍ਰੋਨਿਕ ਗੁੱਡਸ ਦਾ ਬਿਜ਼ਨਸ ਹੈ, ਜਿਹੜਾ ਇਲੈਕਟ੍ਰੋਨਿਕ ਗੁੱਡ ਦਾ ਟ੍ਰੇਡ ਹੈ, ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹਰਟ ਹੋਇਆ ਤੇ ਕਿਸ ਤਰੀਕੇ ਦੇ ਨਾਲ ਉਹ ਇਸ ਚੀਜ਼ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਨਗੇ। ਮਹਿਤਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਦਾ ਤੁਹਾਡਾ ਜੀ। ਥੈਂਕ ਯੂ ਸੋ ਮਚ। ਪਹਿਲੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਸਪੈਸ਼ਲੀ ਜਿਹੜੇ ਕਰੋਨਾ ਵਾਰੀਅਰਸ ਹੈ ਉਹਨਾਂ ਨੂੰ ਸਲੂਟ ਕਰਨਾ ਚਾਹੂੰਗਾ। ਸਾਡੇ ਡੀਸੀ ਸਾਹਿਬ, ਕਮਿਸ਼ਨਰ ਸਾਹਿਬ, ਹੈਲਥ ਵਾਰੀਅਰਸ, ਸਫਾਈ ਵਾਲੇ, ਤੁਸੀਂ ਸਾਡੇ ਸਾਰੇ ਮੀਡੀਆ ਵਾਲੇ, ਥੈਂਕ ਯੂ ਸਾਰਿਆਂ ਨੂੰ। ਤੁਸੀਂ ਆਪਣੀ ਬਹੁਤ ਬੜੀ ਅੱਛੀ ਤਰ੍ਹਾਂ ਡਿਊਟੀਜ਼ ਕਰ ਰਹੇ ਹੋ। ਦੂਸਰਾ ਸਰ, ਜਿਹੜਾ ਤੁਸੀਂ ਸਵਾਲ ਪੁੱਛਿਆ ਇਲੈਕਟ੍ਰੋਨਿਕ ਟ੍ਰੇਡ ਤਾਂ ਬਹੁਤ ਬੁਰੀ ਤਰ੍ਹਾਂ ਪਿੱਟਿਆ। ਆਲਦੋ ਚਲੋ ਥੈਂਕਫੁਲੀ ਹੁਣ ਇਹ ਥੋੜ੍ਹਾ ਐਸੈਂਸ਼ੀਅਲ 'ਚ ਪਾਇਆ ਸਰਕਾਰ ਨੇ, ਬਟ ਓਵਰਆਲ ਅਗਰ ਅਸੀਂ ਦੇਖਿਆ ਜਾਏ ਤਾਂ ਇਹ April ਔਰ ਮਈ ਦਾ ਮੇਨ ਹੁੰਦਾ ਗਰਮੀਆਂ ਦਾ ਸੀਜ਼ਨ, ਜਿਹਦੇ 'ਚ ਹਰ ਘਰ ਦੀ ਰਿਕੁਆਇਰਮੈਂਟ ਹੁੰਦੀ ਹੈ। ਕਿਸੇ ਨੇ ਫਰਿੱਜ ਚੇਂਜ ਕਰਨਾ, ਖ਼ਰਾਬ ਹੋ ਗਿਆ, AC ਹੈ, ਕੂਲਰ ਹੈ, ਸਭ ਦੀ ਰਿਕੁਆਇਰਮੈਂਟ ਹੁੰਦੀ ਹੈ। ਔਰ ਇਹ ਮਹੀਨਾ ਸਾਡਾ ਟੋਟਲੀ ਨਿਕਲ ਗਿਆ। ਤਾਂ ਓਵਰਆਲ ਅਗਰ ਮੈਂ ਕਹਾਂ ਤਾਂ ਸਾਡਾ 50-60% ਆਲਰੇਡੀ ਲਾਸ ਹੋ ਚੁੱਕਾ ਹੋਇਆ ਹੈ। ਪਲੱਸ ਜੇ ਅਸੀਂ ਆਪਣੇ ਐਕਸਪੈਂਸਿਸ ਦੀ ਗੱਲ ਕਰੀਏ, ਉਹ ਵੀ ਐਜ਼ ਇਟ ਇਜ਼ ਚੱਲ ਰਹੇ ਹੈ। ਲਿਮਟਾਂ ਦੇ ਵਿਆਜ ਚੱਲ ਰਹੇ ਹੈ, ਬਿਜਲੀ ਦੇ ਬਿੱਲ ਚੱਲ ਰਹੇ ਹੈ, ਸਭ ਐਕਸਪੈਂਸਿਸ ਐਜ਼ ਇਟ ਇਜ਼ ਹੀ ਚੱਲ ਰਹੇ ਹੈ। ਜਿਨ੍ਹਾਂ ਦੀ EMIs ਵੀ ਹੈਗੀਆਂ ਉਹ ਡੈਫਰ ਹੋਈਆਂ, ਸਰਕਾਰ ਨੇ ਮਾफ़ ਨਹੀਂ ਕੀਤੀਆਂ। ਹਾਂ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ 3 ਮਹੀਨੇ ਨਾ ਦਿਓ, ਬਟ ਉਹਦੇ 'ਤੇ ਵਿਆਜ ਵੀ ਪਏਗਾ, 3 ਮਹੀਨੇ ਬਾਅਦ ਵੀ ਤਾਂ ਦੇਣੇ ਹੀ ਪੈਣੇ ਆ। ਸੋ ਇਹਦੇ 'ਚ ਨੁਕਸਾਨ ਤਾਂ ਕਾਫੀ ਹੋਇਆ। ਜੇਕਰ ਗੱਲ ਕਰੀਏ ਜਿਹੜੀ ਇਲੈਕਟ੍ਰੋਨਿਕ ਮਾਰਕੀਟ ਜਿਹੜੀ ਹੁੰਦੀ ਹੈ, ਇਲੈਕਟ੍ਰੋਨਿਕ ਗੁੱਡਸ ਦੀ ਜਿਹੜੀ ਮਾਰਕੀਟ ਹੈ, ਉਹ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਨੇ ਉਹਨਾਂ ਨਾਲ ਇਨ ਟੱਚ ਹੁੰਦੀ ਹੈ। ਕਿਉਂਕਿ ਜਿਹੜਾ ਮਿਡਲ ਕਲਾਸ ਬੰਦਾ ਹੁੰਦਾ, ਜਦੋਂ ਉਹਦੀ ਸੈਲਰੀਜ਼ ਆਉਂਦੀਆਂ, ਉਹ ਵੀ ਜਿੱਦਾਂ ਤੁਸੀਂ ਕਿਹਾ ਕਿ ਲੋਕ ਪਰਚੇਜ਼ਿੰਗ ਨੂੰ ਅੱਗੇ ਆਉਂਦੇ ਨੇ, ਜਾਂ ਉਹ ਤੁਹਾਡਾ ਜਿਹੜਾ ਪਰਚੇਜ਼ਿੰਗ ਨਹੀਂ ਹੋ ਪਾਈ ਜਿਸ ਕਰਕੇ ਤੁਹਾਨੂੰ ਲਾਸਿਸ ਹੋਏ ਨੇ। ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਮਿਡਲ ਕਲਾਸ ਬੰਦਾ ਹੈ, ਜਿਹੜਾ ਸੈਲਰੀਡ ਬੰਦਾ ਹੈ, ਉਸ ਨੂੰ ਇਸ ਲਾਕਡਾਊਨ ਦੇ ਵਿੱਚ ਕਿੰਨਾ ਕੁ ਨੁਕਸਾਨ ਝੇਲਣਾ ਪਿਆ ਤੇ ਕਿੰਨਾ ਕੁ ਉਸ ਚੀਜ਼ ਦਾ ਜਿਹੜਾ ਹੈ ਉਹ ਤੁਹਾਨੂੰ ਨੁਕਸਾਨ ਝੇਲਣਾ ਪਿਆ? ਦੇਖੋ, ਮੇਨ ਅਗਰ ਮੈਂ ਕਹਾਂ ਇਲੈਕਟ੍ਰੋਨਿਕ ਟ੍ਰੇਡ ਦੀ ਕਹੀਏ, ਸਾਡਾ ਜਿਹੜਾ ਮੇਜਰ ਚੰਕ ਹੈ ਉਹ, ਜਾਂ ਮੇਜਰ ਚੰਕ ਆਫ ਕਲਾਇੰਟੇਜ ਦੀ ਗੱਲ ਕਰਾਂ, ਦੈਟ ਇਜ਼ ਮਿਡਲ ਕਲਾਸ ਓਨਲੀ। ਬਿਕੋਜ਼ ਉਹਨਾਂ ਕੋਲ ਹੀ ਪਰਚੇਜ਼ਿੰਗ ਪਾਵਰ ਹੁੰਦੀ ਹੈ ਜ਼ਿਆਦਾ, ਕਿ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਜਲਦੀ ਵੀ ਕੱਢ ਲੈਂਦੇ ਹੈ। ਕਿਸੇ ਦਾ ਫਰਿੱਜ ਚਾਹੀਦਾ, ਕੁਝ ਚਾਹੀਦਾ, ਸਭ ਤੋਂ ਜ਼ਿਆਦਾ ਅਗਰ ਤੁਸੀਂ ਓਵਰ ਐਨਾਲਿਸਿਸ ਕਰੋ, 60-70% ਮਿਡਲ ਕਲਾਸ ਹੀ ਹੈ। ਇਸ ਵੇਲੇ ਉਹ ਬਹੁਤ ਬੁਰੀ ਤਰ੍ਹਾਂ ਸਟਕ ਹੋ ਗਈ ਹੈ। ਹੁਣ ਅਗਰ ਮੈਂ ਗਵਰਨਮੈਂਟ ਵੱਲੋਂ, ਜਿੱਦਾਂ ਕੱਲ੍ਹ ਸੈਂਟਰਲ ਗਵਰਨਮੈਂਟ ਤੋਂ ਜੋ ਆਇਆ, ਫਾਈਨੈਂਸ ਮਿਨਿਸਟਰ ਨੇ ਜੋ ਦਿੱਤਾ ਹੈ, ਜ਼ਿਆਦਾ MSME ਯੂਨਿਟਸ ਨੂੰ ਬੈਨੀਫਿਟਸ ਆਏ ਹੈ, ਚਾਹੇ ਉਹ ਲੋਨ ਦੇ ਆਉਣ, ਭਾਵੇਂ ਕੁਛ ਰਿਆਇਤਾਂ ਦਿੱਤੀਆਂ ਜਾਣ, ਜਾਂ ਗਰੀਬ ਤਬਕੇ ਲਈ। ਮਿਡਲ ਕਲਾਸ ਲਈ ਕੁਛ ਵੀ ਨਹੀਂ, ਕੋਈ ਲੰਬਾ ਚੌੜਾ ਮੈਨੂੰ ਨਹੀਂ ਦਿਖਿਆ ਹਜੇ ਤੱਕ, ਜੋ ਜਿੰਨਾ ਕੁ ਮੈਂ ਸੁਣਿਆ ਐਨਾਲਿਸਾਈਜ਼ ਕੀਤਾ ਹੈ। ਸੋ ਮਿਡਲ ਕਲਾਸ ਤਾਂ ਬਹੁਤ ਬੁਰੀ ਤਰ੍ਹਾਂ ਅਟਕੇਗੀ, ਉਹਦੇ ਕਰਕੇ ਅਸੀਂ ਵੀ ਅਟਕਾਂਗੇ। ਉਹਨਾਂ ਲਈ ਕੋਈ ਲੰਬਾ ਚੌੜਾ ਕੋਈ ਸਬਸਿਡੀ ਨਹੀਂ ਆਈ, ਜਾਂ ਉਹਨਾਂ ਨੂੰ ਕੋਈ ਹੈਲਪ ਨਹੀਂ ਆਈ, ਡੈਫੀਨੇਟਲੀ ਉਹ ਵੀ ਆਪਣੀ ਜਿਹੜੀਆਂ ਪਰਚੇਜ਼ਿਸ ਹੈ ਪੋਸਟਪੋਨ ਕਰਨਗੇ। ਪਰਚੇਜ਼ਿਸ ਜਦੋਂ ਪੋਸਟਪੋਨ ਹੋਣਗੇ, ਸਾਡਾ ਬਿਜ਼ਨਸ ਹੋਰ ਕੰਪੈਰੇਟਿਵਲੀ ਡਾਊਨ ਹੋ ਜਾਏਗਾ। ਸੋ ਇਨਡਾਇਰੈਕਟਲੀ ਔਰ ਡਾਇਰੈਕਟਲੀ ਇਹ ਬਿਜ਼ਨਸ ਨੂੰ ਬਹੁਤ ਇਫੈਕਟ ਆਉਣ ਵਾਲਾ, ਔਰ ਲੰਬੇ ਟਾਈਮ ਤੱਕ ਰਹੇਗਾ ਇਫੈਕਟ। ਜਿਹਦੇ ਕੋਲ ਅੱਜ ਸਪੋਜ਼ ਕਰੋ, ਮੈਂ ਕਹਿੰਦਾ ਮੇਰੀ ਜੇਬ 'ਚ ਦੇ 10,000 ਹੈ, ਔਰ ਮੈਂ ਕੋਈ 8,000 ਦੀ ਚੀਜ਼ ਪਲਾਨ ਕੀਤੀ ਹੋਈ ਸੀ ਕੋਵਿਡ ਤੋਂ ਪਹਿਲੇ, ਹੁਣ ਮੈਂ ਉਹ ਪੋਸਟਪੋਨ ਕਰਤੀ। ਨਹੀਂ ਯਾਰ, ਪਤਾ ਨਹੀਂ ਕੱਲ੍ਹ ਨੂੰ ਅੱਗੇ ਕੀ ਹਾਲਾਤ ਹੋਰ ਆਣੇ, ਕਿਸ ਤਰ੍ਹਾਂ ਪੋਜੀਸ਼ਨ ਚੱਲਣੀ ਹੈ, ਕਿੱਦਾਂ ਕੰਮ ਚੱਲਣੇ, ਕਿੱਦਾਂ ਅੱਗੇ ਇਨਕਮ ਆਉਣੀ ਹੈ। ਸੋ ਮੈਂ ਉਹ ਚੀਜ਼ਾਂ ਪੋਸਟਪੋਨ ਕਰ ਰਿਹਾ ਫਿਲਹਾਲ। ਸੋ ਦੈਟ ਇਜ਼ ਵਾਟ
now middle class is up to. So definitely it will affect. ਤੇ ਜੇਕਰ ਗੱਲ ਕੀਤੀ ਜਾਵੇ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਕਿ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀਜ਼ ਆਈਆਂ ਨੇ ਉਹ ਜ਼ਿਆਦਾਤਰ ਐਮਐਸਐਮਈਜ਼ ਨੂੰ ਹੀ ਜ਼ਿਆਦਾ ਮੱਦੇਨਜ਼ਰ ਕੀਤਾ ਜਾਂ ਫਿਰ ਜਿਹੜਾ ਲੇਬਰ ਤਬਕਾ ਉਹਨੂੰ ਮੱਦੇਨਜ਼ਰ ਰੱਖ ਕੇ ਬਣਾਈਆਂ ਗਈਆਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਪਾਲਿਸੀਜ਼ ਕਿਸੇ ਨਾ ਕਿਸੇ ਹੱਦ ਤੱਕ ਜਿਹੜੇ ਟਰੇਡਰਸ ਨੇ ਜਾਂ ਤੁਹਾਡੇ ਵਰਗੇ ਡਿਸਟਰੀਬਿਊਟਰਸ ਨੇ ਜਿਹੜੇ ਇਲੈਕਟ੍ਰੋਨਿਕ ਗੁੱਡਸ ਦੀ ਡਿਸਟ੍ਰੀਬਿਊਸ਼ਨ ਕਰਦੇ ਨੇ ਹਰ ਜਗ੍ਹਾ ਜਾ ਕੇ ਕਰਦੇ ਨੇ ਉਹਨਾਂ ਲਈ ਵੀ ਕਿਤੇ ਨਾ ਕਿਤੇ ਇਹ ਚੀਜ਼ ਹੋਣੀ ਚਾਹੀਦੀ ਸੀ, ਉਹਨਾਂ ਨੂੰ ਕੋਈ ਰਾਇਤਾਂ ਦੇਣੀਆਂ ਚਾਹੀਦੀਆਂ ਸੀਗੀਆਂ? ਬਿਲਕੁਲ ਸਰ, ਜ਼ਿਆਦਾ ਤਾਂ ਪ੍ਰਮੋਸ਼ਨ ਜਿੰਨੀ ਆਈ ਹੈ ਆਈ ਥਿੰਕ ਉਹ ਸਭ ਮੈਨੂਫੈਕਚਰਿੰਗ ਯੂਨਿਟਸ ਲਈ ਹੈ, ਉਹਨਾਂ ਦੇ EMPLOYEES ਲਈ ਹੈ, ਜਿੱਦਾਂ ਲੇਬਰ ਲਈ ਹੈ। ਟਰੇਡਰ ਲਈ ਕੁਝ ਨਹੀਂ ਹੈ। ਹੁਣ ਇਹ ਤਾਂ ਹੈ ਨਹੀਂ ਕਿ ਅਸੀਂ ਮਾਲ ਖਰੀਦਣਾ ਤੇ ਅਸੀਂ ਵੀ ਲੋਨ ਲਿੱਤੇ ਹੋਏ, ਸਾਡੀਆਂ ਵੀ ਲਿਮਟਾਂ ਹੈ, ਸਾਡੇ ਵੀ ਐਕਸਪੈਂਸਿਸ ਹੈਗੇ, ਸਾਡੇ ਸਟਾਫ ਹੈ, ਐਵਰੀਥਿੰਗ ਸਾਡਾ ਜਿੱਦਾਂ ਜੋ ਮੈਨੂਫੈਕਚਰਿੰਗ ਯੂਨਿਟ ਦਾ ਖਰਚਾ ਹੁੰਦਾ ਉੱਦਾਂ ਹੀ ਸਾਡਾ ਹੈ। ਸਾਡਾ ਰॉ ਮਟੀਰੀਅਲ ਸਾਡਾ ਜੋ ਅਸੀਂ ਮਾਲ ਖਰੀਦ ਕੇ ਅੱਗੇ ਵੇਚਣਾ ਹੈ। ਲਿਮਿਟਡ ਡਿਸਟ੍ਰੀਬਿਊਸ਼ਨ ਦੇ ਵਿੱਚ ਐਵਰੀਬਾਡੀ ਨੋਜ਼ ਕਿ ਬੜੇ ਲਿਮਿਟਡ ਜਿਹੇ ਮਾਰਜਨ ਹੁੰਦੇ ਆ। 2 ਮਹੀਨੇ ਆਲਰੇਡੀ ਮਾਲ ਅੰਦਰ ਲੱਗ ਗਿਆ, ਪੇਡ ਅਪ ਸਟਾਕ ਹੈ, ਬੈਂਕਾਂ ਦੇ ਵਿਆਜ ਪੈ ਗਏ ਆ, ਸਭ ਖਰਚੇ। ਇਹ ਹੁਣ ਸਾਨੂੰ ਜ਼ਰੂਰ ਸੀਗਾ, ਐਕਸਪੈਕਟਡ ਸੀ ਕਿ ਸੈਂਟਰਲ ਗਵਰਨਮੈਂਟ ਵੱਲੋਂ ਕਿ ਸ਼ਾਇਦ ਕੁਛ ਇਹਦੇ ਵਿੱਚ ਟਰੇਡਰਸ ਨੂੰ ਵੀ ਐਂਡ ਮਿਡਲ ਕਲਾਸ ਨੂੰ ਵੀ ਕੁਝ ਸਪੋਰਟ ਦਿੱਤੀ ਜਾਏ। ਸੋ ਲੈਟਸ ਸੀ ਹੁਣ ਕੈਪਟਨ ਸਰਕਾਰ ਤੋਂ ਵੀ ਕੁਝ ਉਮੀਦ ਹੈ ਕਿ ਉਹ ਆਪਣੇ ਲੈਵਲ ਦੇ ਉੱਤੇ ਸਟੇਟ ਗਵਰਨਮੈਂਟ ਕੀ ਦਿੰਦੀ ਹੈ ਐਂਡ ਹੋਪਫੁਲੀ ਕੁਝ ਸੈਂਟਰ ਤੋਂ ਵੀ ਹੋਰ ਚੀਜ਼ਾਂ ਆਉਣਗੀਆਂ ਬਿਕਾਜ਼ ਬੋਥ ਗਵਰਨਮੈਂਟਸ ਆਰ ਡੂਇੰਗ ਵੈਲ। ਹਰ ਇੱਕ ਕੋਈ ਆਪਣਾ ਆਪਣਾ ਅੱਛਾ ਸੋਚ ਰਿਹਾ। ਆਈ ਅੰਡਰਸਟੈਂਡ ਕਿ ਉਹਨਾਂ ਨੇ 135 ਕਰੋੜ ਦੀ ਜਨਤਾ ਸੰਭਾਲਣੀ ਹੈ ਅਤੇ ਲੈਟਸ ਸੀ ਸਾਡੇ ਲਈ ਵੀ ਕੁਛ ਆਏਗਾ। ਸਾਡੀ ਤਾਂ ਰਿਕੁਐਸਟ ਹੀ ਹੈ ਕਿ ਸਾਡੇ ਲਈ ਵੀ ਕੁਝ ਸੋਚਿਆ ਜਾਏ। ਸਾਡੇ ਜਿਹੜੇ ਹੁਣ ਐਟਲੀਸਟ ਜਿੰਨਾ ਲਾਕਡਾਊਨ ਦੇ ਦੌਰਾਨ ਵਿਆਜ ਸਾਨੂੰ ਪਿਆ, ਭਾਵੇਂ ਬੈਂਕਾਂ ਦੀ ਲਿਮਿਟ ਦੇ ਇਨਫੋਰਮ 'ਚ ਪਿਆ, ਭਾਵੇਂ ਚੈਨਲ ਫਾਈਨੈਂਸ ਇਹ ਉਹ ਸਭ ਚੀਜ਼ਾਂ ਦੇ 'ਚ ਪਿਆ, ਉਹਦੇ ਸਾਨੂੰ ਕੁਝ ਸਬਸਿਡਾਈਜ਼ ਕੀਤਾ ਜਾਏ, ਕੁਝ ਰਿਆਇਤਾਂ ਦਿੱਤੀਆਂ ਜਾਣ। ਮਹਿਤਾ ਸਾਹਿਬ ਜਿਹੜੀ ਹੁਣ ਇਸ ਵੇਲੇ ਆਪਾਂ ਸਭ ਤੋਂ ਵੱਡੀ ਜਿਹੜੀ ਪੰਜਾਬ ਦੇ ਵਿੱਚ ਪ੍ਰੋਬਲਮ ਬਣੀ ਖਾਸ ਕਰਕੇ MSMEs ਲਈ, ਖੈਰ ਪਾਓ ਤੁਸੀਂ ਯੂਰ ਡਿਸਟ੍ਰੀਬਿਊਟਰ ਸਟਿਲ ਆਈ ਵਾਂਟ ਟੂ ਆਸਕ ਯੂ MSME ਕੁਐਸਚਨ ਕਿ ਬਹੁਤ ਸਾਰੀ ਜਿਹੜੀ ਲੇਬਰ ਹੈ ਉਹ ਮਾਈਗ੍ਰੇਟ ਕਰਦੀ ਪਈ ਹੈ, ਠੀਕ ਹੈ, ਕੋਈ ਆਪਣੇ ਘਰਾਂ ਨੂੰ ਜਾ ਰਿਹਾ, ਕੋਈ ਲੋਕਾਂ ਦਾ ਇਹ ਵੀ ਕਹਿਣਾ ਕਿ ਸਿਰਫ ਜੇ ਟ੍ਰੇਨਸ ਫ੍ਰੀ ਹੋਈਆਂ ਤਾਂ ਹੀ ਉਹ ਜਾ ਰਹੇ, ਅਦਰਵਾਈਜ਼ ਸ਼ਾਇਦ ਉਹਨਾਂ 'ਚ ਕੋਈ ਜਾਂਦਾ ਵੀ ਨਾ। ਤੁਹਾਨੂੰ ਕੀ ਲੱਗਦਾ ਜਿਹੜੀ ਲੇਬਰ ਮਾਈਗ੍ਰੇਟ ਹੋ ਰਹੀ ਹੈ ਇਸ ਦਾ ਜਿਹੜਾ ਅਸਰ ਹੈ ਉਹ ਵੱਡੀ ਇੰਡਸਟਰੀਜ਼ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਝੇਲਣਾ ਪੈ ਸਕਦਾ ਹੈ? ਕਿਉਂਕਿ ਹੁਣ ਲੇਬਰ ਰੁਕਦੀ ਨਹੀਂ ਪਈ ਔਰ ਇਕੱਲੀ ਇੱਕ ਕਿਹੜੀ ਇੰਡਸਟਰੀ ਤੁਹਾਨੂੰ ਲੱਗਦਾ ਕਿ ਉਹ ਹਰਟ ਹੋ ਸਕਦੀ ਹੈ? ਦੇਖੋ ਸਰ, ਜਿਹੜਾ ਸਕਿਲਡ ਲੇਬਰ ਜਿੱਦਾਂ ਕਹਿ ਲਓ ਹੈਗੀ ਹੈ ਉਹ ਤਾਂ ਸਾਰੀ ਬਹੁਤ ਬੁਰੀ ਤਰ੍ਹਾਂ ਅਟਕੇਗੀ। ਸਭ ਤੋਂ ਜ਼ਿਆਦਾ ਜੋ ਮੈਨੂੰ ਲੱਗ ਰਿਹਾ, ਜਿੰਨੀ ਮੇਰੀ ਨੌਲੇਜ ਹੈ, ਕੰਸਟਰਕਸ਼ਨ ਬਿਜ਼ਨਸ ਬਹੁਤ ਬੁਰੀ ਤਰ੍ਹਾਂ ਹੋਏਗਾ ਕਿਉਂਕਿ ਸਭ ਤੋਂ ਜ਼ਿਆਦਾ ਮਾਈਗ੍ਰੈਂਟ ਜਿਹੜੇ ਲੇਬਰ ਵੀ ਗਈ ਹੈ, ਉਹ ਜਿਹੜੀ ਦਿਹਾੜੀ ਕਰਨ ਵਾਲੇ ਸਭ ਤੋਂ ਜ਼ਿਆਦਾ ਉਹ ਗਏ ਹੈ। ਐਂਡ ਯੈਸ ਆਫ ਕੋਰਸ ਆਈ ਥਿੰਕ ਜਿਹੜੇ ਟ੍ਰੇਨਸ ਫ੍ਰੀ ਵਗੈਰਾ ਹੋਈਆਂ ਉਹਦੇ ਕਰਕੇ ਨਿਕਲ ਗਏ ਕੁਝ ਲੋਕ। ਵੈਸੇ ਤਾਂ ਅਦਰਵਾਈਜ਼ ਮਾਰਚ ਐਂਡ April ਦੇ ਵਿੱਚ ਨੋ ਡਾਊਟ ਇਹ ਲੋਕ ਘਰ UP ਬਿਹਾਰ ਵਾਲੇ ਜਾਂਦੇ ਆ, ਵਾਢੀਆਂ ਕਰਕੇ ਵਾਪਸ ਆ ਜਾਂਦੇ। ਬਟ ਨਾਓ ਸਿਨੈਰੀਓ ਇਜ਼ ਡਿਫਰੈਂਟ। ਆਲਦੋ ਇੱਥੇ ਮੇਰੇ ਹਿਸਾਬ ਸਿਰ ਸਾਰੇ ਬੜੇ ਸਪੋਰਟਿਵ ਸੀ, ਗਵਰਨਮੈਂਟ ਵੱਲੋਂ ਵੀ ਰਾਸ਼ਨ ਮਿਲਦਾ ਰਿਹਾ, NGOs ਵੀ ਦੇ ਰਹੇ ਸੀ, ਧਾਰਮਿਕ ਸੰਸਥਾ ਵੀ ਬਹੁਤ ਹੈਲਪ ਕਰ ਰਹੀਆਂ ਸੀ। ਈਵਨ ਦੈਨ ਬਹੁਤ ਸਾਰੇ ਲੋਕ ਇੱਥੋਂ ਚਲੇ ਗਏ ਐਂਡ ਇਹਦਾ ਮੈਨੂਫੈਕਚਰਿੰਗ ਯੂਨਿਟਸ ਉੱਤੇ ਬਹੁਤ ਫਰਕ ਆਉਣ ਵਾਲਾ, ਕੰਸਟਰਕਸ਼ਨ ਬਿਜ਼ਨਸ 'ਤੇ ਬਹੁਤ ਫਰਕ ਆਉਣ ਵਾਲਾ। ਅੱਗੇ ਦਿੱਕਤਾਂ ਵਧਣਗੀਆਂ ਇਹਨਾਂ ਦੀਆਂ, ਡੈਫੀਨੇਟਲੀ ਵਧਣਗੀਆਂ। ਤੇ ਜੇਕਰ ਗੱਲ ਕੀਤੀ ਜਾਵੇ ਸਰ ਬੀਇੰਗ ਅ ਡਿਸਟ੍ਰੀਬਿਊਟਰ, ਮੈਂ ਤਾਂ ਸਭ ਬੀਇੰਗ ਅ ਟਰੇਡਰ, ਜੇਕਰ ਆਪਾਂ ਗੱਲ ਕਰੀਏ ਚਲੋ MSMEs ਨੂੰ ਜਾਂ ਜਿੱਦਾਂ ਤੁਸੀਂ ਦੱਸਿਆ ਕਿ ਦੂਸਰੇ ਤਬਕਿਆਂ ਨੂੰ ਫਾਇਦਾ ਮਿਲਿਆ, ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਵਰਗੇ ਜਿਹੜੇ ਟਰੇਡਰਸ ਨੇ ਸਰਕਾਰ ਜਿਹੜੀ ਆ ਉਹਨਾਂ ਨੂੰ ਕਿਸ ਤਰੀਕੇ ਅੱਗੇ ਹੈਲਪ ਆਊਟ ਕਰਕੇ ਲੈ ਕੇ ਆਵੇ? ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਬਿਜ਼ਨਸਿਸ ਵੀ ਜਿਹੜੇ ਇਕੋਨਮੀ ਦੇ ਵਿੱਚ ਹਿੱਸਾ ਤਾਂ ਜ਼ਰੂਰ ਪਾਉਂਦੇ ਨੇ। ਡੈਫੀਨੇਟਲੀ ਸਰ, ਸਾਡਾ ਤਾਂ ਟੋਟਲ ਜਿਹੜਾ ਇਲੈਕਟ੍ਰੋਨਿਕ ਆਵਾਂ ਦਾ ਮੈਜੋਰਿਟੀ ਆਫ ਆਈਟਮਸ ਆਰ ਇਨ 28% GST। ਸੋ ਇਹ ਟਰੇਡ ਦਾ ਬਹੁਤ ਕੰਟਰੀਬਿਊਸ਼ਨ ਹੈ ਇੰਡੀਅਨ ਇਕਨੋਮੀ ਦੇ ਵਿੱਚ। ਸੋ ਐਂਡ ਟਰਨਓਵਰਸ ਬਹੁਤ ਹਾਈ ਹੁੰਦੀਆਂ, ਟਰਨਓਵਰਸ ਬਹੁਤ ਹਾਈ ਹੋਣ ਕਰਕੇ ਲਿਮਿਟਸ ਵੀ ਸਾਡੀਆਂ ਹਾਈ ਹੈ। ਸੋ ਹੁਣ ਕੈਪਟਨ ਸਰਕਾਰ ਨੂੰ ਅਤੇ ਮੋਦੀ ਸਰਕਾਰ ਸੈਂਟਰ ਨੂੰ ਸਾਡੀ ਇਹ ਰਿਕੁਐਸਟ ਹੈ ਕਿ ਜਿਹੜੇ ਐਟਲੀਸਟ ਜੋ ਲਾਕਡਾਊਨ ਦੇ ਸਾਡੇ ਲਿਮਟਾਂ ਦੇ ਜਿਹੜੇ ਵਿਆਜ ਹੈ ਉਹਨੂੰ ਸਾਨੂੰ ਕੰਪਨਸੇਟ ਕੀਤਾ ਜਾਏ, ਸਬਸਿਡਾਈਜ਼ ਕੀਤਾ ਜਾਏ। ਪਲੱਸ ਜਿਹੜੇ ਸਾਡੇ ਫਿਕਸ ਐਕਸਪੈਂਸਿਸ ਚੈਨਲ ਫਾਈਨੈਂਸ ਅਤੇ EMIs ਵਗੈਰਾ ਜੋ ਹੈਗੀਆਂ
ਉਹਦੇ 'ਚ ਵੀ ਮਿਡਲ ਕਲਾਸ ਨੂੰ ਔਰ ਟਰੇਡਰ ਨੂੰ ਸਪੋਰਟ ਕੀਤਾ ਜਾਏ ਇਨ ਫਿਊਚਰ, ਜਾਂ ਕੁਛ GST ਫਾਰਮ 'ਚ ਹੋਏ, ਜਾਂ ਅਗਰ ਇਲੈਕਟ੍ਰੋਨਿਕ ਟ੍ਰੇਡ ਨੂੰ ਥੋੜ੍ਹਾ ਬੂਸਟ ਅਪ ਹੋਰ ਕਰਨਾ ਹੈ, ਇਕਨੋਮੀ ਥੋੜ੍ਹੀ ਫਾਸਟ ਟਰੈਕ 'ਤੇ ਲੈ ਕੇ ਆਉਣੀ, ਜਿੱਦਾਂ 28% ਵਾਲੇ ਜਿਹੜੇ ਸੈਗਮੈਂਟ ਹੈਗਾ ਦੇ ਕੈਨ ਰਿਡਿਊਸ ਟਾਈਮਿੰਗ, ਉਹਦੇ 'ਤੇ GST ਘਟਾ ਕੇ ਕੁਛ ਉਹਨੂੰ ਸੇਲ ਨੂੰ ਥੋੜ੍ਹਾ ਬੂਸਟ ਅਪ ਕੀਤਾ ਜਾਏ। ਡੈਫੀਨੇਟਲੀ ਜਿਹੜੀ 10,000 ਦੀ ਚੀਜ਼ ਹੈ ਉਹਦੇ 'ਚ 250 ਰੁਪਇਆ GST ਹੈ, ਜਿੱਦਾਂ AC ਹੈ ਜਾਂ LED ਹੈ, ਅਤੇ ਅਗਰ ਉਹਦੇ 'ਚ ਅਗਰ ਸਰਕਾਰ ਕੁਛ ਸਬਸਿਡੀ ਕਰਦੀ ਹੈ ਜਾਂ ਉਹਦਾ GST ਘਟਾਉਂਦੀ ਹੈ ਅਤੇ ਥੋੜ੍ਹਾ ਜਿਹਾ ਤਾਂ ਕਸਟਮਰ ਫਿਰ ਵਾਪਸ ਅਟਰੈਕਟ ਹੋਏਗਾ। ਪਲੱਸ ਦੂਸਰਾ ਜਿਹੜੇ ਕੰਜ਼ਿਊਮਰ ਡਿਊਰੇਬਲ ਫਾਈਨੈਂਸ ਕੰਪਨੀਜ਼ ਹੈ, ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਆਪਣਾ ਵਾਪਸ ਫਾਈਨੈਂਸ ਸ਼ੁਰੂ ਕਰਨਾ ਚਾਹੀਦਾ, ਬਿਕੋਜ਼ ਇਲੈਕਟ੍ਰੋਨਿਕ ਟ੍ਰੇਡ ਦੀ ਅਗਰ ਮੈਂ ਪਰਟੀਕੂਲਰ ਗੱਲ ਕਰਾਂ 80-90% ਸਭ 0% ਫਾਈਨੈਂਸ ਦੇ ਉੱਤੇ ਜਾਂਦਾ ਹੈ। ਅਤੇ ਡੈਫੀਨੇਟਲੀ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਐਂਡ ਗਵਰਨਮੈਂਟ ਨੇ ਵੀ ਕਹਾਂਗਾ ਜੋ ਐਗਜ਼ਿਸਟਿੰਗ ਕੰਪਨੀਜ਼ ਹੈ ਉਹਨਾਂ ਨੂੰ ਸਪੋਰਟ ਕਰਨ, ਐਂਡ ਉਹਨਾਂ ਨੂੰ ਖੁਦ ਵੀ ਕੰਪਨੀ ਵਾਲਿਆਂ ਨੂੰ ਚਾਹੀਦਾ ਕਿ ਵਾਪਸ ਫਟਾਫਟ ਆਪਣਾ ਫਾਈਨੈਂਸ ਸ਼ੁਰੂ ਕਰਨ, ਸੋ ਦੈਟ ਜਿਹੜਾ ਲਾਸ ਹੋ ਚੁੱਕਾ ਉਹ ਤਾਂ ਖੈਰ ਨਹੀਂ ਰਿਕਵਰ ਹੋ ਸਕਦਾ, ਲੇਕਿਨ ਜਿਹੜਾ ਇਨ ਫਿਊਚਰ ਜੋ ਰਹਿ ਗਿਆ ਐਟਲੀਸਟ ਉਹ ਕਵਰ ਅਪ ਹੋ ਜਾਏ। ਜਿਹੜੇ ਤੁਸੀਂ ਸਰਕਾਰ ਤੋਂ ਮੰਗਾਂ ਕੀਤੀਆਂ ਨੇ, ਤੁਹਾਨੂੰ ਕੀ ਲੱਗਦਾ ਜੇ ਅਗਰ ਇਹ ਚੀਜ਼ਾਂ ਕਿਤੇ ਹੱਦ ਤੱਕ, ਚਲੋ ਹਰ ਚੀਜ਼ ਤਾਂ ਨਹੀਂ ਕਹਿ ਸਕਦੇ, ਪਰ ਕਿਸੇ ਹੱਦ ਤੱਕ ਅਗਰ ਇਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਇਲੈਕਟ੍ਰੋਨਿਕ ਗੁੱਡਸ ਦੀ ਸੈਲਿੰਗ ਇੰਡਸਟਰੀ ਹੈ ਜਾਂ ਜਿਹੜੀ ਟ੍ਰੇਡਿੰਗ ਇੰਡਸਟਰੀ ਹੈ, ਤੁਹਾਨੂੰ ਕੀ ਲੱਗਦਾ ਕਿਸ ਟਾਈਮ ਤੱਕ ਜਿਹੜਾ ਹੈ ਇਹ ਬੂਸਟਅਪ ਹੋ ਕੇ ਆਪਣੇ ਟਰੈਕ 'ਤੇ ਆ ਸਕਦੀ ਹੈ? ਦੇਖੋ ਸਰ, ਅਗਰ ਇਹ ਸਭ ਚੀਜ਼ਾਂ ਹੁੰਦੀਆਂ ਤਾਂ ਡੈਫੀਨੇਟਲੀ ਕਾਫੀ ਹੱਦ ਤੱਕ ਫ਼ਰਕ ਪਏਗਾ, ਬਟ ਅਗਰ ਤੁਸੀਂ ਕਹੋ ਕਿ ਅਗਰ ਮੈਂ ਕਹਿੰਦਾ ਮੇਰਾ ਜੋ ਰਿਕੁਐਸਟ ਕੀਤੀ ਹੈ ਸਾਰੀਆਂ ਮਨਜ਼ੂਰੀ ਵੀ ਮਿਲ ਜਾਏ ਤਾਂ ਇਹ ਪੋਸੀਬਲ ਨਹੀਂ ਹੈ ਕਿ ਵੀ 100% ਬਿਜ਼ਨਸ ਰਿਟਰਨ ਹੋ ਜਾਏਗਾ, ਉਹ ਨਹੀਂ ਹੋਏਗਾ, ਬਿਕੋਜ਼ ਲੋਕ ਡਰੇ ਵੀ ਹੋਏ ਹੈ ਐਂਡ ਐਵਰੀਬਡੀ ਇਜ਼ ਸਭ ਕੌਨਸ਼ੀਅਸ ਹੈ ਇਸ ਵੇਲੇ ਕਿ ਕਿੱਦਾਂ ਖਰਚਾ ਕਰਨਾ ਹੈ, ਕਿੱਦਾਂ ਘਰ ਬਚਾਉਣਾ ਹੈ, ਬੱਚੇ ਨੂੰ ਚਲਾਉਣਾ ਹੈ, ਸਕੂਲ ਦੀਆਂ ਫੀਸਾਂ ਸਾਰੀਆਂ ਚੱਲ ਰਹੀਆਂ, ਆਨਲਾਈਨ ਚੱਲ ਰਿਹਾ, ਜਿੱਦਾਂ ਹੁਣ ਸਾਰਿਆਂ ਦੇ ਐਕਸਪੈਂਸਿਸ ਆ ਜਾਣੇ ਸਿਰ ਦੇ। ਸੋ ਹੋਪਫੁਲੀ ਮੇਰੇ ਹਿਸਾਬ ਸਿਰ ਨਾ ਕਰਦੇ ਵੀ 2020 ਤੱਕ ਕੀ ਗੋਲ ਹੀ ਲੱਗ ਰਿਹਾ ਮੈਨੂੰ ਸਰ। ਹਾਲਾਂਕਿ ਜਦੋਂ 2020 ਸ਼ੁਰੂ ਹੋਇਆ ਸੀ ਐਵਰੀਬਡੀ ਵਾਜ਼ ਵੈਰੀ ਕੀਨ ਸੀ, ਸਭ ਬੜੇ ਐਂਥੂਸੀਆਸਟਿਕ ਸੀਗੇ ਕਿ ਐਤਕੀ 2020 ਹੈ, ਵੰਡਰ ਕਰਾਂਗੇ, ਇੰਡੀਆ ਬੜਾ ਅੱਛੀ ਤਰੱਕੀ ਕਰ ਰਿਹਾ ਹੈ, ਪੰਜਾਬ ਵੀ ਹੋਰ ਤਰੱਕੀ ਕਰੇਗਾ, ਬਟ ਕੋਵਿਡ ਨੇ ਕਾਫੀ ਕੰਮ ਖਰਾਬ ਕੀਤਾ ਹੈ। ਬਟ ਮੇਰੇ ਹਿਸਾਬ ਸੇ 5-6 ਮਹੀਨੇ ਤਾਂ ਸਰ ਕਿਤੇ ਵੀ ਨਹੀਂ ਗਏ, ਥੋੜਾ ਟਰੈਕ ਦੇ ਆਉਂਦੇ ਤੇ ਇਲੈਕਟ੍ਰੋਨਿਕਸ ਤੇ ਜਿਹੜਾ ਜੇ ਆਪਾਂ ਮੈਂ ਫਿਰ ਉਹੀ ਕਿਉਂਕਿ ਇਲੈਕਟ੍ਰੋਨਿਕਸ ਇੱਕ ਬਹੁਤ ਤਗੜਾ ਮੁੱਦਾ ਬਣ ਜਾਂਦਾ ਐਵਰੀ ਕਲਾਸ। ਇਲੈਕਟ੍ਰੋਨਿਕ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਮੈਂ ਤਾਂ ਸਾਹਿਬ ਜੇ ਆਪਾਂ ਗੱਲ ਕਰੀਏ ਤੇ ਉਹਦਾ ਜ਼ਿਆਦਾਤਰ ਜਿਹੜੇ ਅਸੈਂਬਲੀਜ਼ ਹੈ ਜਾਂ ਜ਼ਿਆਦਾਤਰ ਜਿਹੜੇ ਪਾਰਟਸ ਨੇ, ਚਾਹੇ ਉਹ ਇੰਟਰਨਲ ਪਾਰਟਸ ਨੇ, ਚਾਹੇ ਉਹ ਉਹਦੀ ਅਸੈਂਬਲੀ ਜਿਹੜੀ ਹੈਗੀ ਹੈ ਉਹ ਚਾਈਨਾ ਤੋਂ ਆਉਂਦੀ ਸੀ ਜ਼ਿਆਦਾਤਰ, ਉਹਦੀ ਜਿਹੜਾ ਸਾਰਾ ਚਾਈਨਾ ਦੀ ਮੈਨੂਫੈਕਚਰਿੰਗ ਵੀ ਹੁੰਦੀ ਸੀ, ਅਸੈਂਬਲੀਜ਼ ਵੀ ਚਾਈਨਾ ਤੋਂ ਹੁੰਦੀ ਸੀ। ਪਰ ਹੁਣ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਜ਼ਿਆਦਾ ਜਿਹੜੀ ਹੈ ਤਵੱਜੋ ਦੇਣੀ ਚਾਹੀਦੀ, ਮੇਕ ਇਨ ਇੰਡੀਆ ਨੂੰ ਜ਼ਿਆਦਾ ਪ੍ਰੈਫਰੈਂਸ ਦਿਓ ਤਾਂ ਕਿ ਇਕੋਨਮੀ ਜਿਹੜੀ ਹੈ ਉਹ ਲਾਈਨ 'ਤੇ ਆਵੇ। ਜੇ ਆਪਾਂ ਗੱਲ ਕਰੀਏ ਕਿ ਹੁਣ ਚਾਈਨਾ ਦੀ ਅਗਰ ਇਲੈਕਟ੍ਰੋਨਿਕਸ ਦੇ ਵਿੱਚ ਇੱਕ ਮੋਨੋਪਲੀ ਸੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਹੁਣ ਜਦੋਂ ਇਹ ਚੀਜ਼ਾਂ ਬੰਦ ਹੋ ਜਾਣਗੀਆਂ, ਜਿਹੜਾ ਇੰਪੋਰਟ ਬੰਦ ਹੋ ਜਾਏਗਾ, ਇੰਪੋਰਟ ਬੰਦ ਤਾਂ ਨਹੀਂ ਖੈਰ ਇੱਕ ਲਿਮਿਟ ਉਹਨਾਂ ਨੇ ਕਰ ਦਿੱਤੀ ਹੈ, ਜੇ ਇੰਪੋਰਟ ਦੀ ਕੁਆਂਟੀਟੀ ਘੱਟ ਜਾਏਗੀ ਤਾਂ ਕਿਸੇ ਤਰੀਕੇ ਇਲੈਕਟ੍ਰੋਨਿਕ ਬਿਜ਼ਨਸ ਦੇ ਉੱਤੇ ਅਸਰ ਪਾ ਸਕਦੀ ਹੈ? ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਆਈ ਥਿੰਕ 70-80% ਇਲੈਕਟ੍ਰੋਨਿਕ ਦੀ ਗੱਲ ਕਰਾਂ ਤਾਂ ਚਾਈਨਾ ਹੀ ਸੋਰਸ ਹੈ ਟੂ ਆਲ ਓਵਰ ਵਰਲਡ, ਨਾਟ ਓਨਲੀ ਟੂ ਇੰਡੀਆ। ਅਤੇ ਯੈਸ, ਮੋਦੀ ਜੀ ਨੇ ਬੜਾ ਅੱਛਾ ਸੁਝਾਅ ਦਿੱਤਾ, ਵੀ ਸ਼ੁੱਡ ਪ੍ਰਮੋਟ ਇੰਡੀਅਨ ਪ੍ਰੋਡਕਟਸ, ਅਤੇ ਇੰਪੋਰਟ ਨੂੰ ਥੋੜ੍ਹਾ ਰਿਸਟ੍ਰਿਕਟ ਕਰਨਗੇ। ਯੈਸ, ਟਾਈਮਿੰਗ ਲਈ ਤਾਂ ਫਰਕ ਪਏਗਾ ਸਰ, ਟਾਈਮਿੰਗ ਲਈ ਲੋਸਿਸ ਆਉਣਗੇ, ਬਟ ਇਨ ਲੌਂਗਰ ਰਨ ਅਗਰ ਅਸੀਂ ਕਹੀਏ ਇੰਡੀਅਨ ਇਕਨੋਮੀ ਨੂੰ ਬੂਸਟ ਕਰਨ ਲਈ ਜਾਂ ਇੰਡੀਅਨ ਇੰਡਸਟਰੀ ਨੂੰ ਬੂਸਟ ਕਰਨ ਲਈ, ਇਨ ਲੌਂਗਰ ਰਨ ਅਗਰ ਇਹ ਮੋਰ ਦੈਨ 50% ਵੀ ਅਗਰ ਉਹਨਾਂ ਦੇ 70%, ਜੇ 70-80% ਮੈਂ ਕਹਿੰਦਾ ਉੱਥੋਂ ਆਉਂਦਾ ਸੋਰਸ ਹੁੰਦਾ, ਜੇ ਅਸੀਂ 50% ਵੀ ਸਾਲ 2 ਸਾਲ 'ਚ ਉਹ ਪਾਰਟਸ ਇੱਥੇ ਬਣਾਉਣੇ ਸ਼ੁਰੂ ਕਰ ਲਈਏ ਤੇ ਆਈ ਥਿੰਕ ਇੰਡੀਆ ਵਿਲ ਬੀ ਸੁਪਰ ਪਾਵਰ। ਇਹ ਬੜਾ ਅੱਛਾ ਆਈਡੀਆ ਹੈ, ਬਟ ਉਹ ਕਹਿੰਦੇ ਨਾ ਹਰ ਚੀਜ਼ ਦੀ ਕੋਸਟ ਹੁੰਦੀ ਹੈ, ਸੋ ਦਿਸ ਕੋਸਟ ਵੀ ਹੈਵ ਟੂ ਬੇਅਰ, ਬਟ ਐਟ ਦ ਮੇਨ ਟਾਈਮ ਯੈਸ ਆਫ ਕੋਰਸ ਸਰਕਾਰ
ਚਾਈਨੀਜ਼ ਆਈਟਮ ਨੂੰ ਬੇਸਿਕਲੀ ਇਹ ਕਿਹਾ ਜਾਂਦਾ ਕਿ ਉਹਦੀ ਜਿਹੜੀ ਕਾਸਟਿੰਗ ਉਹ ਬਹੁਤ ਘੱਟ ਰਹਿੰਦੀ ਹੈ, ਕਿਉਂਕਿ ਮੈਨੂਫੈਕਚਰਿੰਗ ਉਹਦੇ ਕਾਸਟ ਉਹ ਤੋਂ ਘੱਟ ਲਗਾਉਂਦੇ ਨੇ, ਉਹਨਾਂ ਦੀ ਪ੍ਰੋਡਕਟਿਵਿਟੀ ਕਾਸਟ ਘੱਟ ਹੈ, ਉਹ ਬਲਕ ਦੇ ਵਿੱਚ ਸਮਾਨ ਬਣਾਉਂਦੇ ਨੇ, ਸ਼ਾਇਦ ਤਾਂ ਕਰਕੇ ਉਹਨਾਂ ਦੀ ਪ੍ਰੋਡਕਟਿਵਿਟੀ ਕਾਸਟ ਘੱਟ ਆਉਂਦੀ, ਜਿਸ ਕਰਕੇ ਹਰ ਚੀਜ਼ ਸਸਤੀ ਪੈਂਦੀ ਹੈ। ਉੱਥੇ ਟੈਕਸ ਸਟਰਕਚਰ ਹੋਰ ਹੈ, ਗਵਰਨਮੈਂਟ ਦੇ ਸਿਸਟਮਸ ਹੋਰ ਹੈ। ਯੈਸ ਮਾਸ ਪ੍ਰੋਡਕਸ਼ਨ ਹੈ, ਉਹ A ਕਲਾਸ ਪ੍ਰੋਡਕਟ ਵੀ ਬਣਾਉਂਦੇ ਹੈ ਐਂਡ ਮਾਈਨਸ C ਕਲਾਸ ਪ੍ਰੋਡਕਟ ਵੀ ਬਣਾਉਂਦੇ ਹੈ, ਹਰ ਤਰ੍ਹਾਂ ਦਾ ਬਣਾਉਂਦੇ ਹੈ। ਸੋ ਮਾਸ ਪ੍ਰੋਡਕਸ਼ਨ ਕਰਕੇ ਯੈਸ ਡੈਫੀਨੇਟਲੀ ਉਹਨਾਂ ਦਾ ਫਰਕ ਹੈ, ਲੇਕਿਨ ਸਲੋਲੀ ਐਂਡ ਗ੍ਰੈਜੂਅਲੀ ਅਗਰ ਇੱਥੇ ਸਾਰਾ ਕੁਝ ਆ ਜਾਏ, ਮੈਂ ਕਹਿੰਦਾ 50% ਵੀ ਉਹ ਚੀਜ਼ ਦਾ ਆ ਜਾਏ, ਤਾਂ ਆਈ ਥਿੰਕ ਇਹ ਅੱਛਾ ਹੀ ਹੋਏਗਾ। ਐਂਡ ਮੇਰੇ ਹਿਸਾਬ ਸਿਰ ਇੱਦਾਂ ਦੀ ਕੋਈ ਤੋਪ ਗੋਲੀ ਨਹੀਂ ਹੈ ਕਿ ਇੱਥੇ ਚੀਜ਼ ਨਹੀਂ ਬਣ ਸਕਦੀ। ਹਿੰਦੁਸਤਾਨ 'ਚ ਬਹੁਤ ਦਿਮਾਗ ਹੈ, ਬਹੁਤ ਹੁਨਰ ਹੈ, ਬਹੁਤ ਟੈਲੈਂਟ ਹੈ। ਵੱਖ-ਵੱਖ ਦੇਸ਼ਾਂ ਦੇ ਵਿੱਚ ਇੰਡੀਅਨਸ ਬਹੁਤ ਅੱਛਾ ਕਰ ਰਹੇ ਹੈ, ਟੈਲੈਂਟਡ ਹੈ, ਐਂਡ ਇਹ ਚੀਜ਼ ਨੂੰ ਗਵਰਨਮੈਂਟ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਐਂਡ ਆਈ ਥਿੰਕ ਸੈਂਟਰ ਗਵਰਨਮੈਂਟ ਨੂੰ ਇਹ ਚੀਜ਼ਾਂ ਪ੍ਰਮੋਟ ਕਰਨੀ ਚਾਹੀਦੀਆਂ। ਪੰਜਾਬ ਸਰਕਾਰ ਇੱਥੇ ਕੁਝ ਸਬਸਿਡੀਜ਼ ਦੇਣ, ਟੈਕਨੋਲੋਜੀ ਅਪਗ੍ਰੇਡੇਸ਼ਨ ਲਈ ਕੁਝ ਇਸ ਤਰ੍ਹਾਂ ਦਾ ਚਲਾਉਣ ਕੇ, ਤਾਂ ਵਾਈ ਨਾਟ ਵੀ ਕੈਨ ਕਮ ਬੈਕ। ਬਟ ਪਹਿਲੇ ਤਾਂ ਕਾਸਟ ਲੱਗੇਗੀ, ਸਾਲ 2 ਸਾਲ ਦਾ ਕਾਸਟ ਲੱਗੇਗੀ। ਬਹੁਤ ਬਹੁਤ ਧੰਨਵਾਦ ਮਿਸਟਰ ਮਹਿਤਾ, ਤੁਸੀਂ ਦੈਨਿਕ ਸਵੇਰਾ ਦੇ ਨਾਲ ਜਿਹੜੀ ਆਪਣੀ ਗੱਲਬਾਤ ਕੀਤੀ, ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਆਪਣੇ ਇਸ ਇਲੈਕਟ੍ਰੋਨਿਕ ਗੁਡਸ ਟ੍ਰੇਡ ਦੇ ਬਾਰੇ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ, ਬਹੁਤ ਬਹੁਤ ਧੰਨਵਾਦ ਦੇ ਲਈ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਮਿਸਟਰ ਮਹਿਤਾ, ਜੋ ਕਿ ਇਲੈਕਟ੍ਰੋਨਿਕ ਗੁਡਸ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਸੀ, ਬਟ ਕੋਵਿਡ-19 ਦੇ ਫੈਲਾਅ ਦੇ ਚੱਲਦਾ ਜਿਹੜਾ ਹੈ ਉਹਨਾਂ ਦਾ ਕੰਮ ਨੂੰ ਕਿਤੇ ਨਾ ਕਿਤੇ ਅਸਰ ਪਿਆ। ਉਹਨਾਂ ਨੇ ਇਹ ਵੀ ਡਿਸਕਸ ਕੀਤਾ ਕਿ ਕਿਸ ਤਰੀਕੇ ਨਾਲ ਅਸਰ ਪਿਆ, ਤੇ ਨਾਲ ਹੀ ਨਾਲ ਸਰਕਾਰ ਤੋਂ ਕੁਝ ਮੰਗਾਂ ਵੀ ਰੱਖੀਆਂ ਨੇ, ਤੇ ਨਾਲ ਨਾਲ ਮੇਕ ਇਨ ਇੰਡੀਆ ਨੂੰ ਪ੍ਰੋਪਰਲੀ ਸਪੋਰਟ ਕਰ ਰਹੇ ਨੇ। ਬਟ ਹਾਲੇ ਵੀ ਉਹੀ ਗੱਲ ਕਹਿਣਾ ਕਿ ਜਦੋਂ ਆਪਾਂ ਮੇਕ ਇਨ ਇੰਡੀਆ 'ਚ ਆਵਾਂਗੇ ਤਾਂ ਸਾਨੂੰ ਕੁਝ ਨਾ ਕੁਝ ਕਾਸਟ ਤਾਂ ਜ਼ਰੂਰ ਬੇਅਰ ਕਰਨੀ ਪਏਗੀ, ਜਿਸ ਤੋਂ ਬਾਅਦ ਆਪਾਂ ਮੇਕ ਇਨ ਇੰਡੀਆ ਨੂੰ ਸਕਸੈਸ ਬਣਾ ਸਕਦੇ ਹਾਂ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।